ਵਾਹਿਗੁਰੂ ਸਾਹਿਬ ਜੀ। ਬਹੁਤ ਜਨਮ ਵਿਛਰੇ ਥੇ ਮਾਦੋ, ਇਹ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੌੜੀ ਕਬੀਰ ਜੀ। ਅਸਥਾਵਰ ਜੰਗਮ ਕੀਟ ਪਤੰਗਾ, ਅਨੇਕ ਜਨਮ ਕੀਏ ਬੋ ਰੰਗਾ। ऐसे घर हम बहुत बसाए, जब हम राम गर्भ होयाए। ऐसे घर हम बहुत बसाए, जब हम राम गर्भ होयाए। रहा जोगी जति तपी ब्रह्मचारी, कबहू राजा छत्रपत कबहू पेखारी। साकत मरै संत सब जीव हैं, राम रसायना रसना पीव हैं। कहो कबीर प्रभ कृपा कीजै, हार परे अब पूरा दीजै। कहो कबीर प्रभ कृपा कीजै, हार परे अब पूरा दीजै। परम सन्मानयोग जुगो जुग अटल चबर तख्त दे मालक साहिब सतगुरु धन धन श्री गुरु ग्रंथ साहिब जी महाराज, तिन्हां दी हजूरी अंदर जुड़मिल बैठे अत सत्कारयोग सन्मानयोग सतसंगी जनों, बहुत ही बड़भागे हाँ जो कि रोजाना लड़ीवार कथा विचार दे नाल जुड़दे हाँ। लड़ीवार चल रही कथा विचार गौड़ी कबीर जी गुरु ग्रंथ साहिब दा पावन पवित्र अंक 326। आओ गुरमुखो लड़ीवार विचार आरंभ करन तो पहला सारी संगत आखो जी वाहिगुरु जी का खालसा वाहिगुरु जी की फतेह। लड़ीवार शब्द नंबर 13 है जी कबीर जी का। 13 नंबर शब्द है। कबीर जी ने शब्द अंदर बड़ी प्यारी विचार साढ़े सन्मुख रखी है। कबीर जी इस शब्द का निचोड़ भाव साढ़े सन्मुख रख रहे हैं। प्रभु तो विछड़ के मनुख कई जन्मां विच भटकदा है। उस मनुख की खलासी तदों हुंदी है जदों अंदरों हौमै दूर हो जाती है। हौमै दूर करके नाम जपना शुरू कर दिंदा है। इस शब्द का भाव है जी। बाबा कबीर जी ने साढ़े सामने एक ऐसा पक्ष पेश किया कि मनुख है ना, जिहड़ा बंदा है इंसान है, जिहड़ा वो अणगिणत जूना भोगदा है। आपां विचार शुरू करते हैं जी रहाओ वाले मन तो। कबीर जी कह रहे ने ऐसे घर हम बहुत बसाए, जब हम राम गर्भ होए आए। सतगुरु कबीर जी कह रहे ने हे परमात्मा हे राम वाहिगुरु, जदों असीं जूनां विच पैंदे गए तां इहो जे कई शरीरां विचों लंघ के आए हाँ। ਹੁਣ ਇੱਥੇ ਧਿਆਨ ਨਾਲ ਸਮਝਿਓ ਜੀ, ਜਦੋਂ ਅਸੀਂ ਜੂਨਾਂ ਵਿੱਚ ਪੈਂਦੇ ਹਾਂ, ਜੂਨਾਂ ਭੋਗਦੇ ਹਾਂ,
ਕਈ ਸਰੀਰਾਂ ਵਿੱਚੋਂ ਲੰਘ ਕੇ ਮਾਨਸਾਂ ਵਾਲੀ ਦੇਹ, ਮਨੁੱਖਾਂ ਵਾਲਾ ਸਰੀਰ ਸਾਨੂੰ ਮਿਲਿਆ। ਚੇਤੇ ਕਰਿਓ, ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਅੰਦਰ 84 ਲੱਖ ਸ਼ਬਦ ਬਹੁਤ ਵਾਰ ਤੁਸੀਂ ਪੜ੍ਹੋਗੇ। ਇੱਕ ਪਾਸੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ ਦੀ ਬਾਣੀ ਵਿੱਚੋਂ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ, ਰਾਤੀ ਰੁੱਤੀ ਵਾਰ ਪਵਨ ਪਣੇ ਅਗਨੀ ਪਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਇਹਨਾਂ ਸ਼ਬਦਾਂ ਦੀ ਜਦੋਂ ਵਿਆਖਿਆ ਵਿੱਚ ਤੁਸੀਂ ਜਾਓਗੇ, ਪੜ੍ਹੋਗੇ, ਬਹੁਤ ਕੁਝ ਸਾਡੇ ਸਾਹਮਣੇ ਆਉਂਦਾ। ਹੁਣ ਇੱਥੇ 84 ਲੱਖ ਦੀ ਆਪਾਂ ਗੱਲ ਕਰਦੇ ਸੀ। ਬੜੇ ਲੰਮੇ ਸਮੇਂ ਤੋਂ ਇਹ ਸੁਣਦੇ ਆ ਰਹੇ ਹਾਂ ਕਿ 84 ਲੱਖ ਜੂਨ ਹੁੰਦੀ ਹੈ, ਮਨੁੱਖ 84 ਲੱਖ ਜੂਨਾਂ ਭੋਗਦਾ ਹੈ। ਜੇ ਤੁਸੀਂ ਇਹਨੂੰ ਧਿਆਨ ਨਾਲ ਖੋਜੋਗੇ, ਵਿਚਾਰੋਗੇ, 84 ਲੱਖ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਰਤਿਆ ਇੱਕ ਮੁਹਾਵਰਾ ਹੈ। ਸਤਿਗੁਰੂ ਮਹਾਰਾਜ ਨੇ ਪ੍ਰਚਲਿਤ ਮਿੱਥਾਂ, ਪ੍ਰਚਲਿਤ ਮੁਹਾਵਰੇ ਜਾਂ ਅਲੰਕਾਰ ਜਾਂ ਐਸੇ ਪ੍ਰਤੀਕ ਮਹਾਰਾਜ ਨੇ ਐਸੇ ਵਰਤੇ ਨੇ ਕਿ ਬੰਦੇ ਨੂੰ ਗੱਲ ਸਮਝ ਆ ਜਾਵੇ। ਜੇ ਆਪਾਂ 84 ਲੱਖ ਦੀ ਗੱਲ ਕਰਾਂਗੇ ਫਿਰ ਤਾਂ ਆਪਾਂ ਗਿਣਤੀ ਕਰ ਲਈ ਆ। ਇੱਕ ਪਾਸੇ ਆਪਾਂ ਕਹਿੰਦੇ ਆ ਸ੍ਰਿਸ਼ਟੀ ਨੂੰ ਰਚਣ ਵਾਲਾ, ਸ੍ਰਿਸ਼ਟੀ ਨੂੰ ਜਾਣਨ ਵਾਲਾ ਆਪ ਹੀ ਜਾਣਦਾ ਹੈ। ਸਤਿਗੁਰੂ ਮਹਾਰਾਜ ਨੇ ਇੱਕ 84 ਲੱਖ ਪ੍ਰਚਲਿਤ ਮੁਹਾਵਰਾ ਵਰਤਿਆ ਵੀ ਭਾਈ ਮਾਨਸਿਕ ਤੌਰ ਤੇ ਮਨ ਕਰਕੇ ਬੰਦਾ ਜੂਨਾਂ ਬਹੁਤ ਭੋਗਦਾ ਹੈ। ਸਰੀਰ ਤੁਰਿਆ ਫਿਰਦਾ ਹੈ, ਅੱਖਾਂ ਵੇਖ ਰਹੀਆਂ ਨੇ, ਕੰਨ ਸੁਣ ਰਹੇ ਨੇ, ਹੱਥ ਕੰਮ ਕਰਦੇ ਨੇ, ਪਰ ਅੰਦਰ ਜਿਹੜਾ ਸਾਡੇ ਮਨ ਬੈਠਾ ਨਾ, ਮਨ ਕਰਕੇ ਮਾਨਸਿਕ ਤੌਰ ਤੇ ਬੰਦਾ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਭੋਗਦਾ ਹੈ। ਬੜੀਆਂ ਜੂਨਾਂ ਭੋਗਦਾ, ਕਦੇ ਕਾਂ ਵਾਲੀ ਜੂਨੀ, ਕਦੇ ਕੁੱਤੇ ਵਾਲੀ ਜੂਨੀ, ਕਦੇ ਗਧੇ ਵਾਲੀ ਜੂਨੀ, ਬਹੁਤ ਜੂਨਾਂ ਭੋਗਦਾ ਹੈ। ਜੇ ਤੁਸੀਂ ਆਖੋਗੇ ਕਿ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ, ਜਦੋਂ ਬੰਦਾ ਸੰਸਾਰ ਤੋਂ ਚਲੇ ਜਾਂਦਾ, ਮਰ ਜਾਂਦਾ ਹੈ, ਮਰਨ ਤੋਂ ਬਾਅਦ ਇਹ ਫਲਾਣੀ ਜੂਨ ਪੈ ਜਾਂਦਾ ਜੀ, ਇਹ ਫਲਾਣੀ ਜੂਨ। ਤੁਸੀਂ ਵੇਖੋ ਸਾਡੇ ਪਿੰਡਾਂ ਵਿੱਚ ਭਾਵੇਂ ਅੱਜ ਵੀ ਥੋੜ੍ਹਾ ਬਹੁਤਾ ਕਿਸੇ ਘਰਾਂ ਵਿੱਚ ਤੁਸੀਂ ਵੇਖਣ ਨੂੰ ਰਿਵਾਜ ਮਿਲੇਗਾ। ਜਦੋਂ ਕੋਈ ਸਾਡੇ ਪਰਿਵਾਰਾਂ ਵਿੱਚੋਂ ਚੜ੍ਹਾਈ ਕਰ ਜਾਂਦਾ ਹੈ, ਕਿਸੇ ਦੀ ਡੈਥ ਹੋ ਜਾਂਦੀ ਹੈ, ਅਸੀਂ ਸਵਾਹ ਜੀ ਇੱਕ ਥਾਂ ਤੇ ਰੱਖ ਕੇ ਉੱਥੇ ਇੱਕ ਦੀਵਾ ਜਗਾ ਕੇ ਉਹਦੇ ਉੱਤੇ ਉਹਨੂੰ ਢੱਕ ਕੇ ਸਵੇਰ ਨੂੰ ਅਸੀਂ ਫੇਰ ਦੇਖਦੇ ਹਾਂ ਵੀ ਕਿਹਦੀ ਪੈੜ ਆਈ, ਕਿਹੜੀ ਜੂਨ ਆਈ। ਸਾਡੀ ਮਨ ਦੀ ਦਸ਼ਾ ਦੇਖੋ ਕਿੱਥੇ ਤੱਕ ਖੜ ਗਈ ਹੈ। ਅਸੀਂ ਅਨੁਮਾਨ, ਅੰਦਾਜ਼ੇ, ਕਿਆਸੇ ਬਹੁਤ ਲਾਉਂਦੇ ਆ ਵੀ ਫਲਾਣੀ ਜੂਨ ਆ ਗਈ ਜੀ, ਇਹ ਫਲਾਣੀ ਜੂਨ ਵਿੱਚ ਪੈ ਗਿਆ। ਸਾਨੂੰ ਅਥਾਰਟੀ ਕੀ ਹੈ? ਸਾਨੂੰ ਕਿਵੇਂ ਪਤਾ ਲੱਗ ਗਿਆ? ਇੱਕ ਪਾਸੇ ਸਤਿਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਹੈ, ਪਵਣੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਬਨ ਹਾਰੇ ਕੀ ਕਵਨ ਟੇਕ, ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਤੋਂ ਚਲਤ ਪਿਆ, ਅਗਲੀ ਕਿਛ ਖਬਰ ਨਾ ਪਾਈ। ਜਦੋਂ ਆਪਾਂ ਨੇ ਬਾਣੀ ਕਹਿੰਦੀ ਵੀ ਅੱਗੇ ਦੀ ਕਿਸੇ ਨੂੰ ਖਬਰ ਨਹੀਂ ਹੈ, ਅੱਗੇ ਬਾਰੇ ਕਿਸੇ ਨੂੰ ਪਤਾ ਨਹੀਂ ਹੈ, ਰੌਲਾ ਬੜਾ ਪਾਇਆ ਜਾਂਦਾ ਜੀ ਨਰਕ ਦਾ, ਸਵਰਗ ਦਾ। ਕਿਸੇ ਨੇ ਵੇਖਿਆ ਅੱਜ ਤੱਕ? ਕਬੀਰ ਜੀ ਇਹ ਗੱਲ ਕਹਿ ਰਹੇ ਨੇ, ਸ਼ਬਦ ਅੰਦਰ ਧਿਆਨ ਨਾਲ ਸੁਣਿਓ ਥੋੜਾ। ਕਬੀਰ ਜੀ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ, ਇਹੋ ਜਿਹੇ ਘਰ ਮੈਂ ਬਹੁਤ ਵਸਾ ਚੁੱਕਿਆ। ਕਬੀਰ ਜੀ ਕਹਿੰਦੇ ਮਾਨਸਿਕ ਤੌਰ ਤੇ ਪਤਾ ਨਹੀਂ ਕਿੰਨੀਆਂ ਜੂਨਾਂ ਭੋਗਦਾ, ਨਿਤ ਭੋਗਦਾ। ਜਦੋਂ ਮੇਰਾ ਮਨ ਉਸ ਸੱਚੀ ਵਿਚਾਰ ਨਾਲੋਂ, ਉਸ ਵਾਹਿਗੁਰੂ ਨਾਲ ਟੁੱਟ ਜਾਂਦਾ ਨਾ, ਫਿਰ ਜੂਨਾਂ ਵਿੱਚ ਹੀ ਪੈਣਾ ਹੁੰਦਾ ਜੀ। ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਜਦੋਂ ਅਸੀਂ, ਪਾਤਸ਼ਾਹ ਜੀ ਕਹਿ ਰਹੇ ਨੇ, ਵਿਚਾਰ ਦੇ ਰਹੇ ਨੇ, ਬਹੁਤ ਜੂਨਾਂ ਵਿੱਚ ਪੈ ਜਾਂਦਾ ਏ ਮਨ। ਫਿਰ ਜਦੋਂ ਮਨ ਜੂਨਾਂ ਵਿੱਚ ਪੈਂਦਾ ਨਾ, ਸਰੀਰ ਜੂਨ ਭੋਗਦਾ। ਹਰਕਤ ਕੌਣ ਕਰਦਾ? ਮਨ। ਸਰੀਰ ਉਸ ਹਰਕਤ ਨੂੰ ਕਬੂਲ ਕਰਦਾ। ਇਹ ਜੂਨਾਂ ਭੋਗਣ ਦਾ ਪਤਾ ਕਾਰਨ ਕੀ ਹੈ? ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਹੁੰਦਾ ਜੀ, ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਕਾਰਨ ਪਤਾ ਕੀ ਹੈ? ਪਾਤਸ਼ਾਹ ਜੀ ਕਹਿੰਦੇ ਅਵਿਦਿਆ ਆ ਗਈ ਹੈ। ਅਵਿਦਿਆ, ਅਵਿਦਿਆ ਦਾ ਅਰਥ ਹੁੰਦਾ ਅਗਿਆਨਤਾ, ਵਹਿਮ ਭਰਮ ਕਰਮ ਕਾਂਡ। ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਸਤਿਗੁਰੂ ਜੀ ਕਹਿੰਦੇ
ਜਿਹੜਾ ਵਿਵੇਕ ਵਾਲਾ ਦੀਵਾ ਸੀ ਨਾ, ਜਿਹੜਾ ਗਿਆਨ ਵਾਲਾ ਦੀਵਾ, ਉਹ ਮਲੀਨ ਹੋ ਗਿਆ, ਮੈਲਾ ਹੋ ਗਿਆ। ਕੋਈ ਅੰਦਰ ਗਿਆਨ ਦਾ ਦੀਵਾ ਜਗਾਉਣ ਨੂੰ ਤਿਆਰ ਨਹੀਂ ਹੈ। ਉਹ ਦੀਵੇ ਨੂੰ ਅਸੀਂ ਬੁਝਾ ਕੇ ਬੈਠੇ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਅਣਗਿਣਤ ਜੂਨਾਂ ਅਸੀਂ ਭੋਗ ਰਹੇ ਹਾਂ। ਪਹਿਲਾ ਜਿਹੜਾ ਬਚਨ ਹੈ ਜੀ, ਧਿਆਨ ਨਾਲ ਸ਼ਰਵਣ ਕਰਿਓ। ਸਤਿਗੁਰੂ ਕਬੀਰ ਜੀ ਕਹਿੰਦੇ, ਅਸਥਾਵਰ ਜੰਗਮ ਕੀਟ ਪਤੰਗਾ, ਅਨੇਕ ਜਨਮ ਕੀਏ ਬੋ ਰੰਗਾ। ਅਸਥਾਵਰ ਦਾ ਅਰਥ ਹੁੰਦਾ ਜੀ ਇੱਕ ਥਾਂ ਖਲੋਤੇ ਰਹਿਣ ਵਾਲੇ ਪਰਬਤ, ਰੁੱਖ ਜਿਹਨੂੰ ਕਹਿ ਦਿੰਦੇ ਆ, ਜਿਹੜੇ ਹਰ ਇੱਕ ਥਾਂ ਖਲੋਤੇ ਰਹਿੰਦੇ ਨੇ। ਅੱਗੇ ਸਤਿਗੁਰੂ ਨੇ ਸ਼ਬਦ ਵਰਤਿਆ ਜੰਗਮ, ਤੁਰਨ ਵਾਲੇ ਪਸ਼ੂ ਪੰਛੀ। ਕੀਟ ਦਾ ਅਰਥ ਹੁੰਦਾ ਜੀ ਕੀੜੇ, ਪਤੰਗਾ ਦਾ ਅਰਥ ਹੈ ਖੰਭਾਂ ਵਾਲੇ ਕੀੜੇ ਹੁੰਦੇ ਨੇ ਜਿਹੜੇ ਲਾਈਟ ਤੇ ਆਉਂਦੇ ਨੇ। ਸਤਿਗੁਰ ਕਬੀਰ ਜੀ ਨੇ ਸ਼ਬਦ ਵਰਤਿਆ ਅਸਥਾਵਰ ਜੰਗਮ ਕੀਟ ਪਤੰਗਾ, ਅਨੇਕ ਜਨਮ ਕੀ ਬੋ ਰੰਗਾ। ਮਾਨਸਿਕ ਤੌਰ ਤੇ ਡਿੱਗਿਆ ਬੰਦਾ, ਮਨ ਕਰਕੇ ਡਿੱਗਿਆ ਬੰਦਾ ਕਦੇ ਪਹਾੜਾਂ ਦੀ ਤਰ੍ਹਾਂ ਹੀ ਖਲੋ ਜਾਂਦਾ। ਐਸੇ ਲੋਕ ਵੀ ਨੇ ਜਿਹੜੇ ਜੀ ਇੱਕ ਥਾਂ ਤੇ ਖਲੋ ਗਏ ਨੇ, ਜਿਨ੍ਹਾਂ ਦੇ ਮਨ ਦਾ ਵਿਕਾਸ ਰੁਕ ਗਿਆ ਹੈ। ਜਦੋਂ ਮਨ ਦਾ ਵਿਕਾਸ, ਦਿਮਾਗ ਦਾ ਵਿਕਾਸ ਰੁਕ ਜਾਏ, ਭਾਵੇਂ ਸਰੀਰ ਤੁਰਿਆ ਫਿਰਦਾ ਜੀ, ਖਲੋਣ ਦਾ ਅਰਥ ਧਿਆਨ ਨਾਲ ਸਮਝਿਓ। ਖਲੋਂਦਾ ਵਾਲਾ ਬੰਦਾ ਕਦੋਂ ਹੈ? ਜਦੋਂ ਮਨ ਕਰਕੇ ਬੰਦਾ ਡੈਡ ਹੋ ਜਾਂਦਾ ਨਾ, ਦਿਮਾਗ ਕੰਮ ਨਹੀਂ ਕਰਦਾ, ਦਿਮਾਗ ਸਾਥ ਨਹੀਂ ਦੇ ਰਿਹਾ, ਉਹ ਇੱਕ ਥਾਂ ਤੇ ਖਲੋ ਗਿਆ, ਹੁਣ ਕੋਈ ਸੂਝ-ਬੂਝ ਨਹੀਂ। ਕਿ ਐਸੇ ਲੋਕ ਵੀ ਹੁੰਦੇ ਨੇ ਜੀ, ਬਹੁਤ ਲੰਮਾ ਸਮਾਂ ਹੋ ਗਿਆ ਵਿਚਾਰੇ ਬੈੱਡ ਤੇ ਪਏ ਨੇ, ਨਾ ਕੁਝ ਸੂਝ ਆ, ਨਾ ਕੁਝ ਪਤਾ ਲੱਗਦਾ ਕੀ ਕਰਨਾ, ਕੌਮਾਂ ਵਿੱਚ ਚਲੇ ਜਾਂਦੇ ਨੇ। ਅਸਥਾਵਰ ਉਹ ਖੜ ਗਏ ਨੇ, ਰੁਕ ਗਏ ਨੇ, ਪਹਾੜਾਂ ਦੀ ਤਰ੍ਹਾਂ ਰੁਕ ਗਏ ਨੇ। ਬਹੁਤ ਲੋਕ ਐਸੇ ਆਪਾਂ ਨੂੰ ਮਿਲਦੇ ਨੇ ਜੀ, ਅਣਗਿਣਤ ਲੋਕ। ਅੱਗੇ ਮਹਾਰਾਜ ਕਹਿੰਦੇ ਜੰਗਮ, ਜੰਗਮ ਦਾ ਅਰਥ ਆਪਾਂ ਪੜ੍ਹਿਆ ਸੀ ਜੀ ਤੁਰਨ ਵਾਲੇ ਪਸ਼ੂ ਪੰਛੀ। ਮਾਨਸਿਕ ਤੌਰ ਤੇ ਕਈ ਵਾਰ ਜੰਗਮਾਂ ਵਾਲੀ ਜੂਨੀ ਭੋਗਦਾ ਬੰਦਾ। ਇੱਕ ਉਦਾਹਰਨ ਵਰਤੀ ਜੀ ਸਤਿਗੁਰੂ ਕਬੀਰ ਪਾਤਸ਼ਾਹ ਜੀ ਨੇ ਆਪਣੀ ਬਾਣੀ ਅੰਦਰ। ਪਾਤਸ਼ਾਹ ਜੀ ਕਹਿੰਦੇ ਹਰੀ ਅੰਗੂਰੀ ਗਧਾ ਚਰੈ, ਨਿਤ ਉਠਾ ਸਹਿੰਗਾ ਮਰੈ। ਹਰਾ ਹਰਾ ਘਾਹ ਜਦੋਂ ਗਧਾ ਚਰਦਾ ਖਾਂਦਾ, ਖਾਣ ਤੋਂ ਬਾਅਦ ਉਹਦੀ ਆਦਤ ਬਹੁਤ ਮਾੜੀ, ਹੀਂਗਦਾ। ਉਹ ਹੀਂਗਦਾ, ਬੜੇ ਦਲੱਤੇ ਮਾਰਦਾ। ਸਤਿਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਹੈ। ਹੁਣ ਉੱਥੇ ਗਧਾ ਸ਼ਬਦ ਵਰਤਿਆ ਮਹਾਰਾਜ ਨੇ, ਹਰੀ ਅੰਗੂਰੀ ਗਧਾ ਚਰੈ। ਹੁਣ ਇਹ ਧਿਆਨ ਨਾਲ ਸਮਝੋ, ਮਹਾਰਾਜ ਗਧੇ ਵਾਸਤੇ ਬਾਣੀ ਨਹੀਂ ਲਿਖ ਰਹੇ। ਮਹਾਰਾਜ ਕਿਸੇ ਗਧੇ ਨੂੰ ਨਹੀਂ ਕਹਿ ਰਹੇ, ਕਿਉਂ? ਗਧੇ ਦਾ ਕੰਮ ਉਹਨੇ ਤਾਂ ਇਸ ਤਰ੍ਹਾਂ ਕਰਨਾ ਹੀ ਹੈ, ਪਸ਼ੂ ਆ ਉਹ ਆਪਣੀ ਹਰਕਤਾਂ ਤੋਂ ਕਦੇ ਬਾਜ਼ ਨਹੀਂ ਹੁੰਦਾ, ਉਹਦੀ ਹਰਕਤਾਂ ਇਸ ਤਰ੍ਹਾਂ ਹੀ ਰਹਿਣਗੀਆਂ। ਸਤਿਗੁਰੂ ਮਹਾਰਾਜ ਨੇ ਇੱਕ ਉਦਾਹਰਨ ਵਰਤੀ ਹੈ ਗਧੇ ਦੀ। ਟਾਰਗੇਟ ਪਤਾ ਕਿਹਨੂੰ ਕੀਤਾ? ਮੁੱਖ ਸਾਹਮਣੇ ਪਤਾ ਕਿਹਨੂੰ ਰੱਖਿਆ? ਸਾਹਮਣੇ ਸਾਨੂੰ ਰੱਖਿਆ ਮਹਾਰਾਜ ਨੇ, ਬੰਦੇ ਦੇ ਮਨ ਨੂੰ ਰੱਖਿਆ। ਬੰਦਿਆ ਤੇਰਾ ਮਨ ਵੀ ਕਦੇ ਵਰਗਾ ਹੋ ਗਿਆ। ਚੰਗਾ ਚੰਗਾ ਜਦੋਂ ਵਹਿੰਦਾ ਹੈ, ਇਹ ਮਨ ਬਹੁਤ ਉਤਾਵਲਾ ਹੁੰਦਾ ਹੈ, ਬੜੀਆਂ ਛਾਲਾਂ ਮਾਰਦਾ। ਸੱਚ ਨਾਲੋਂ, ਪਰਮਾਤਮਾ ਦੀ ਵਿਚਾਰ ਨਾਲੋਂ, ਰੱਬੀ ਗਿਆਨ ਨਾਲ ਟੁੱਟ ਕੇ ਇਹਦੀ ਹਾਲਤ ਵੀ ਗਧੇ ਵਰਗੀ ਹੋ ਜਾਂਦੀ ਹੈ, ਫਿਰ ਮਰਦਾ ਵੀ ਇਹ ਹੈ। ਇੱਥੇ ਇਹੀ ਸ਼ਬਦ ਵਰਤਿਆ ਅਨੇਕ ਜਨਮ ਕੀਏ ਬੋ ਰੰਗਾ। ਅਨੇਕਾਂ ਤਰ੍ਹਾਂ ਦੇ ਜਨਮਾਂ ਵਿੱਚ ਭਟਕ ਕੇ, ਬੜੇ ਰੰਗਾਂ ਵਿੱਚ ਭਟਕ ਕੇ, ਬੜੀਆਂ ਜੂਨਾਂ ਭੋਗ ਕੇ ਇਹ ਇਨਸਾਨ ਬਹੁਤ ਕੁਝ ਵੇਖਦਾ। ਅੱਗੇ ਮਹਾਰਾਜ ਕਹਿੰਦੇ ਜੋਗੀ ਜਤੀ ਤਪੀ ਬ੍ਰਹਮਚਾਰੀ। ਜੋਗੀ ਲੋਕ, ਜਤੀ ਲੋਕ, ਤਪੀ ਲੋਕ, ਬ੍ਰਹਮਚਾਰੀ ਲੋਕ। ਸਤਿਗੁਰ ਕਬੀਰ ਜੀ ਕਹਿੰਦੇ ਕਦੇ ਜੋਗੀ ਬਣ ਗਿਆ, ਕਦੇ ਜਤੀ ਬਣ ਗਿਆ, ਕਦੇ ਤਪੀ ਬਣ ਗਿਆ, ਕਦੇ ਬ੍ਰਹਮਚਾਰੀ ਬਣ ਗਿਆ। ਸਤਿਗੁਰ ਮਹਾਰਾਜ ਕਹਿ ਰਹੇ ਨੇ, ਅਗਲਾ ਜਿਹੜਾ ਆਪਾਂ ਬਚਨ ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਪਾਤਸ਼ਾਹ ਜੀ ਕਹਿ ਰਹੇ ਨੇ ਜੋ ਮਨੁੱਖ ਰੱਬ ਨਾਲ ਟੁੱਟੇ ਰਹਿੰਦੇ ਹਨ ਨਾ, ਉਹ ਸਦਾ ਜੂਨਾਂ ਵਿੱਚ ਹੀ ਭਟਕਦੇ ਨੇ। ਉਹ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਨੇ। ਹਰ ਵੇਲੇ ਉਸ ਤਰ੍ਹਾਂ ਉਹਨਾਂ ਦੀ ਹਾਲਤ ਹੋ ਜਾਂਦੀ ਹੈ। ਕਦੇ ਉਹ ਜੋਗੀ ਬਣ ਗਏ, ਕਦੇ ਜਤੀ ਤਪੀ ਬ੍ਰਹਮਚਾਰੀ ਬਣ ਗਏ, ਕਦੇ ਛਤਰਪਤੀ ਰਾਜੇ ਬਣ ਗਏ, ਕਦੇ ਮੰਗਤੇ ਬਣ ਗਏ। ਕਦੇ ਰਾਜਾ, ਕਦੇ ਮੰਗਤਾ। ਮਨ ਕਰਕੇ ਬੰਦਾ ਉੱਚਾ ਵੀ ਹੋ ਜਾਂਦਾ ਹੈ, ਮਨ ਕਰਕੇ ਬੰਦਾ ਨੀਵਾਂ ਵੀ ਬਣ ਜਾਂਦਾ। ਕਈ ਵਾਰ ਨੀਚ ਤੋਂ ਨੀਚ, ਭੈੜੇ ਤੋਂ ਭੈੜਾ ਕੰਮ ਮਨ ਬੰਦੇ ਤੋਂ ਕਰਾ ਦਿੰਦਾ ਹੈ।
ਸਾਰੀ ਜ਼ਿੰਦਗੀ ਉਹ ਵਜਨ ਉਹ ਭਾਰ ਮਨ ਤੋਂ ਉਤਰਦਾ ਨਹੀਂ। ਬੰਦਾ ਅੰਤ ਵੇਲੇ ਪਛਤਾਉਂਦਾ ਜ਼ਰੂਰ ਹੈ ਵੀ ਮਨ ਇਹ ਕੰਮ ਤੇ ਬਹੁਤ ਭੈੜਾ ਕੀਤਾ, ਮਾੜਾ ਕੀਤਾ, ਕਿਸੇ ਦਾ ਹੱਕ ਮਾਰ ਲਿਆ, ਕਿਸੇ ਦਾ ਹੱਕ ਖਾ ਲਿਆ। ਮਨ ਬੰਦੇ ਨੂੰ ਕੋਸਦਾ ਜ਼ਰੂਰ ਹੈ, ਕਰਾ ਤਾਂ ਲੈਂਦਾ, ਪਰ ਮਨ ਕੋਸਦਾ ਵੀ ਹੈ ਵੀ ਆਹ ਕੰਮ ਸਹੀ ਨਹੀਂ ਹੋਇਆ। ਸਤਿਗੁਰ ਕਬੀਰ ਜੀ ਅੱਗੇ ਕਹਿ ਰਹੇ ਨੇ, ਕਬੂ ਰਾਜਾ ਛਤਰਪਤ ਕਬੂ ਭਿਖਾਰੀ, ਕਦੇ ਰਾਜਾ ਬਣ ਜਾਂਦਾ ਹੈ, ਕਦੇ ਭਿਖਾਰੀ ਬਣ ਜਾਂਦਾ ਹੈ। ਸਾਕਤ ਮਰੈ ਸੰਤ ਸਭ ਜੀਵੈ, ਰਾਮ ਰਸਾਇਣ ਰਸਨਾ ਪੀਵੈ। ਸਤਿਗੁਰ ਮਹਾਰਾਜ ਕਹਿੰਦੇ ਜੋ ਮਨੁੱਖ ਰੱਬ ਨਾਲ ਟੁੱਟੇ ਹੋਏ ਹਨ ਨਾ, ਉਹ ਸਾਕਤ ਨੇ, ਉਹ ਮਰ ਜਾਂਦੇ ਨੇ, ਜੂਨਾਂ ਵਿੱਚ ਪੈ ਜਾਂਦੇ ਨੇ, ਉਹ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਨੇ। ਸਾਕਤ ਮਰੈ, ਸਾਕਤ ਬੰਦਾ ਮਰਦਾ ਹੈ ਆਤਮਿਕ ਤੌਰ ਤੇ। ਸੰਤ ਸਭ ਜੀਵੈ, ਰੱਬ ਦੇ ਪਿਆਰੇ ਸੰਤ ਜਿਉਂਦੇ ਨੇ। ਸੰਤ ਕਿਹਨੂੰ ਕਿਹਾ ਜੀ ਗੁਰੂ ਨੇ? ਸੰਗਤ ਨੂੰ ਵੀ ਸੰਤ ਕਿਹਾ। ਆਵੋ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨੈ ਪਾਈਐ। ਸੰਤ ਕਿਹਨੂੰ ਕਿਹਾ? ਸਤਿਗੁਰ ਮਹਾਰਾਜ ਨੇ ਸੰਤ ਸ਼ਬਦ ਸੰਗਤ ਵਾਸਤੇ ਹੀ ਵਰਤਿਆ ਹੈ। ਰੱਬ ਦੇ ਪਿਆਰੇ ਜਨ, ਰੱਬ ਦੇ ਸੰਤ ਜਨ, ਸੰਤ ਜਨ ਜਿਉਂਦੇ ਨੇ। ਰਾਮ ਰਸਾਇਣ ਰਸਨਾ ਪੀਵੈ, ਮਹਾਰਾਜ ਕਹਿੰਦੇ ਉਸ ਮਾਲਕ ਦੇ ਨਾਮ ਨੂੰ, ਅੰਮ੍ਰਿਤ ਨੂੰ ਪੀਂਦੇ ਨੇ। ਕਹੋ ਕਬੀਰ ਪ੍ਰਭ ਕਿਰਪਾ ਕੀਜੈ, ਹਾਰ ਪਰੇ ਅਬ ਪੂਰਾ ਦੀਜੈ। ਕਬੀਰ ਜੀ ਕਹਿੰਦੇ ਪ੍ਰਭੂ ਜੀ ਥੱਕ ਮੈਂ ਹਾਰ ਗਿਆ, ਬਹੁਤ ਜਨਮ ਵਿਛੜਿਆ ਸੀ ਤੇਰੇ ਨਾਲੋਂ, ਕਿਰਪਾ ਕਰ ਮੇਰੇ ਉੱਤੇ, ਰਹਿਮਤ ਕਰ ਮੇਰੇ ਉੱਤੇ। ਹਾਰ ਪਰੈ, ਹਾਰ ਗਿਆ ਮੈਂ, ਬੜੀਆਂ ਥਾਵਾਂ ਤੇ ਸਿਰ ਝੁਕਾ ਕੇ, ਬੜੀਆਂ ਥਾਵਾਂ ਤੇ ਮੱਥੇ ਟੇਕ ਟੇਕ ਹਾਰ ਗਿਆ। ਸੰਤੋਖ ਸਬਰ ਵਿਸ਼ਵਾਸ ਨਹੀਂ ਬਣਿਆ ਕਿਤੇ। ਹਾਰ ਪਰੈ ਅਬ ਪੂਰਾ ਦੀਜੈ। ਹੁਣ ਪਾਤਸ਼ਾਹ ਜੀ ਕਹਿ ਰਹੇ ਨੇ, ਹਾਰ ਕੇ, ਥੱਕ ਹਾਰ ਕੇ ਤੇਰੇ ਦਰ ਤੇ ਡਿੱਗਾ, ਮਿਹਰ ਕਰ ਹੁਣ ਆਪਣਾ ਗਿਆਨ ਮੈਨੂੰ ਬਖਸ਼ ਦੇ, ਆਪਣੀ ਸੂਝ ਮੈਨੂੰ ਬਖਸ਼ ਦੇ। ਇਹ 13 ਨੰਬਰ ਸ਼ਬਦ ਹੈ ਜੀ ਕਬੀਰ ਜੀ ਦਾ। ਕੱਲ ਦੇ ਦੀਵਾਨਾਂ ਵਿੱਚ ਆਪਾਂ ਜਿਹੜੀ ਵਿਚਾਰ ਕਰਨੀ ਹੈ 14 ਨੰਬਰ ਸ਼ਬਦ ਦੀ ਵਿਚਾਰ ਕਰਾਂਗੇ। ਸੋ ਗੁਰੂ ਕਿਰਪਾ ਕਰੇ ਜੀ। ਆਓ ਗੁਰਮੁਖੋ ਲੜੀਵਾਰ ਇਹ ਵਿਚਾਰ ਬਾਣੀ ਦੀ ਆਪਾਂ ਜੋ ਰੋਜ਼ਾਨਾ ਕਰਦੇ ਹਾਂ, ਆਪਾਂ ਲੜੀਵਾਰ 326 ਅੰਕ ਤੇ ਪਹੁੰਚ ਗਏ ਜੀ, ਨੋਟ ਕਰ ਸਕਦੇ ਹੋ। ਗੁਰੂ ਗ੍ਰੰਥ ਸਾਹਿਬ ਦਾ 326 ਅੰਕ ਆਪਾਂ ਬਹੁਤ ਲੰਮੇ ਸਮੇਂ ਤੋਂ ਲੜੀਵਾਰ ਗੁਰਬਾਣੀ ਦਾ ਸ਼ਬਦ ਸ਼ਬਦ, ਗੁਰਬਾਣੀ ਦਾ ਅੱਖਰ ਅੱਖਰ ਵਿਚਾਰਦੇ ਆ ਰਹੇ ਹਾਂ। ਗੁਰੂ ਕਿਰਪਾ ਬਣਾ ਕੇ ਰੱਖੇ, ਇਸੇ ਤਰ੍ਹਾਂ ਆਪਾਂ ਗੁਰਬਾਣੀ ਨਾਲ ਜੁੜੇ ਰਹੀਏ। ਆਓ ਗੁਰਮੁਖੋ ਲੜੀਵਾਰ ਜੋ ਇਤਿਹਾਸਕ ਵਿਚਾਰ ਕਰਦੇ ਹਾਂ ਆਪਾਂ 10-15 ਮਿੰਟ ਜਿੰਨਾ ਕੁ ਸਮਾਂ ਹੁੰਦਾ ਆਪਣੇ ਕੋਲ। ਲੜੀਵਾਰ ਆਪਾਂ ਇਤਿਹਾਸਕ ਵਿਚਾਰ ਕਰਦੇ ਹਾਂ ਜੀ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੀਵਨ ਬਾਰੇ। ਅੱਗੇ ਜੂਨ ਦਾ ਮਹੀਨਾ ਵੀ ਆ ਰਿਹਾ, ਕਿੰਨਾ ਤਸ਼ੱਦਦ, ਕਿੰਨਾ ਕਹਿਰ ਸਤਿਗੁਰੂ ਜੀ ਨਾਲ ਵਾਪਰਦਾ ਹੈ, ਉਹ ਵੀ ਆਪਾਂ ਇੱਕ ਸ਼ਹਾਦਤ ਬਾਰੇ ਵਿਚਾਰ ਕਰਾਂਗੇ। ਕੱਲ ਆਪਾਂ ਜਿਹੜੀ ਵਿਚਾਰ ਕਰ ਰਹੇ ਸੀ ਜਹਾਂਗੀਰ ਬਾਦਸ਼ਾਹ ਬਾਰੇ। ਜਹਾਂਗੀਰ ਬਾਦਸ਼ਾਹ ਦੀ ਨੀਤੀ ਬਹੁਤ ਭੈੜੀ ਹੈ। ਮੈਂ ਅਕਸਰ ਬੇਨਤੀ ਕਰਦਾ, ਇੱਕ ਪਾਸੇ ਬਾਬੇ ਕੇ ਨੇ, ਇੱਕ ਪਾਸੇ ਬਾਬਰ ਕੇ ਨੇ। ਜਹਾਂਗੀਰ ਦਾ ਪੁੱਤਰ ਹੈ, ਖੁਸਰੋ ਜੀ ਦਾ ਨਾਮ ਹੈ। ਆਪਣੇ ਪੁੱਤਰ ਨੂੰ ਵੀ ਕੈਦ ਕਰ ਦਿੱਤਾ। ਜਦੋਂ ਜਹਾਂਗੀਰ ਦਿੱਲੀ ਦੇ ਤਖਤ ਉੱਤੇ ਬਹਿੰਦਾ ਨਾ, ਉਹਨੇ ਬਹੁਤ ਜ਼ੁਲਮ ਕੀਤਾ। ਉਹਦੇ ਜਿਹੜੇ ਦਰਬਾਰੀ ਸੀ, ਸ਼ੇਖ ਫਰੀਦ ਬੁਖਾਰੀ ਵਰਗੇ, ਸ਼ੇਖ ਅਹਿਮਦ ਸਰਹੰਦੀ ਵਰਗੇ, ਉਹਨਾਂ ਦਾ ਸੁਪਨਾ ਇਹ ਹੈ ਵੀ ਸਾਰੇ ਕਿਤੇ ਇਸਲਾਮ ਦਾ ਬੋਲਬਾਲਾ ਹੋਵੇ, ਸਾਡਾ ਧਰਮ ਪ੍ਰਫੁੱਲਤ ਹੋਵੇ। ਜੇ ਕੋਈ ਮੁਸਲਮਾਨ ਨਹੀਂ ਬਣਦਾ ਸੀ, ਉਹਨੂੰ ਧੱਕੇ ਨਾਲ ਮੌਤ ਦੇ ਘਾਟ ਵੀ ਉਤਾਰਿਆ ਜਾਂਦਾ ਸੀ। ਪਰ ਚੇਤੇ ਕਰਿਓ, ਕੱਟੜਤਾ ਧਰਮ ਨਹੀਂ ਹੁੰਦਾ। ਕਿਸੇ ਵੀ ਮਤ ਦੀ ਗੱਲ ਕਰ ਲਓ, ਧਰਮ ਦੀ ਗੱਲ ਕਰ ਲਓ, ਜਿਹਦੇ ਵਿੱਚ ਕੱਟੜਤਾ ਨਾ, ਉਹ ਧਰਮ ਨਹੀਂ ਹੋ ਸਕਦਾ। ਗੁਰਬਾਣੀ ਨੇ ਧਰਮ ਪਤਾ ਕਿਹਨੂੰ ਕਿਹਾ? ਗੁਰਬਾਣੀ ਨੇ ਧਰਮ ਇਨਸਾਨੀਅਤ ਨੂੰ ਧਰਮ ਕਿਹਾ। ਆਪਾਂ ਸੰਖੇਪ ਜਿਹੜੀ ਵਿਚਾਰ ਕਰਨੀ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਤਰਨਤਾਰਨ ਸਾਹਿਬ ਦੀ ਧਰਤੀ ਤੇ, ਮਾਝੇ ਦੇ ਇਲਾਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਜਹਾਂਗੀਰ ਈਰਖਾ ਕਰਦਾ ਹੈ। ਜਹਾਂਗੀਰ ਈਰਖਾ ਦੀ ਅੱਗ ਵਿੱਚ ਪਾਗਲ ਹੋ ਗਿਆ, ਸੜਿਆ ਪਿਆ। ਉਹ ਗੁਰੂ ਦਰਬਾਰ ਨੂੰ ਨਾ, ਗੁਰੂ ਅਰਜਨ ਸਾਹਿਬ ਦੇ ਦਰਬਾਰ ਨੂੰ ਝੂਠ ਦੀ ਦੁਕਾਨ ਆਖਦਾ।
ਜਹਾਂਗੀਰ ਬਾਦਸ਼ਾਹ ਗੁਰੂ ਅਰਜਨ ਸਾਹਿਬ ਦੇ ਦਰਬਾਰ ਨੂੰ ਝੂਠ ਦੀ ਦੁਕਾਨ ਰੱਖਦਾ। ਹਾਲਾਂਕਿ ਗੁਰੂ ਨਾਨਕ ਦਾ ਜਿਹੜਾ ਘਰ ਹੈ ਨਾ, ਆਰੰਭ ਤੋਂ ਹੀ ਸੱਚ ਦਾ ਪ੍ਰਚਾਰ ਕਰਦਾ ਆ ਰਿਹਾ ਹੈ। ਮਾਨਵਤਾ ਨੂੰ ਕਲਾਵੇ ਵਿੱਚ ਮਹਾਰਾਜ ਲੈਂਦੇ ਆ ਰਹੇ ਨੇ, ਵਿਕਾਰਾਂ ਵਿੱਚ ਸੜ ਰਹੀ ਲੁਕਾਈ ਨੂੰ ਬਚਾਉਂਦੇ ਆ ਰਹੇ ਨੇ, ਵਹਿਮਾਂ ਭਰਮਾਂ ਤੇ ਕਰਮ ਕਾਂਡਾਂ ਚੋਂ ਲੋਕਾਂ ਨੂੰ ਕੱਢਦੇ ਆ ਰਹੇ ਨੇ। ਗੁਰੂ ਨਾਨਕ ਦਾ ਘਰ ਲੋਕਾਂ ਨੂੰ ਇੱਕ ਰੱਬ ਨਾਲ ਜੋੜਦਾ ਆ ਰਿਹਾ, ਕੁਰੀਤੀਆਂ ਤੋਂ ਦੂਰ ਕਰਦਾ ਆ ਰਿਹਾ। ਮਹਾਰਾਜ ਸਤਿਗੁਰੂ ਮਹਾਰਾਜ ਸਾਡੇ ਕੁਰੀਤੀਆਂ ਤੋਂ ਦੂਰ ਕਰਦੇ ਨੇ। ਵਿਪਤਾ ਸਮੇਂ ਦੇਖੋ, ਆਪਾਂ ਪਿੱਛੇ ਇੱਕ ਵਿਚਾਰ ਕਰ ਰਹੇ ਸੀ, 95 ਦੇ ਵਿੱਚ ਕਾਲ ਪਿਆ ਸੀ ਨਾ, ਲੋਕ ਤੜਫ ਰਹੇ ਸੀ, ਵਿਲਕ ਰਹੇ ਸੀ। ਇਸ ਸੰਸਾਰ ਦੇ ਉੱਤੇ ਜੇ ਕੋਈ ਵਿਪਤਾ ਆਉਂਦੀ ਹੈ ਨਾ, ਵਿਪਤਾ ਵਿੱਚ ਖੜਨ ਵਾਲੇ ਗੁਰੂ ਸਾਹਿਬ ਨੇ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਵਿਪਤਾ ਵਿੱਚ, ਬਾਬਰ ਨੇ ਹਮਲਾ ਕੀਤਾ ਸੀ ਅਹਿਮਦਾਬਾਦ ਤੇ 1521 ਦੇ ਵਿੱਚ, ਕਿੱਡੀ ਵੱਡੀ ਵਿਪਤਾ ਪਈ ਸੀ। 5ਵੀਂ ਵਾਰ ਹਮਲਾ ਕੀਤਾ, ਕੋਈ ਨਹੀਂ ਖੜਿਆ, ਬਾਬਾ ਨਾਨਕ ਖੜਦਾ ਹੈ। ਬੜੇ ਬੜੇ ਅਹਿਲਕਾਰ, ਵੱਡੇ ਵੱਡੇ ਰਾਜੇ ਮਹਾਰਾਜੇ ਪਾਸੇ ਹੋ ਗਏ, ਕੌਣ ਲੜੇ ਬਾਬਰ ਨਾਲ, ਕੌਣ ਆਖੇ ਬਾਬਰ ਨੂੰ ਜਾਬਰ, ਬਾਬਾ ਨਾਨਕ ਖੜਿਆ। ਗੁਰੂ ਅੰਗਦ ਸਾਹਿਬ ਮਹਾਰਾਜ ਖੜਦੇ ਨੇ ਹਿਮਾਜੂ ਦੇ ਸਾਹਮਣੇ। ਬੜੇ ਲੋਕ ਇੱਥੇ ਚੜ੍ਹ ਕੇ ਆਉਂਦੇ ਨੇ। ਇੱਥੇ ਨਿਮਾਣਿਆਂ ਤੇ ਨਿਤਾਣਿਆਂ ਦੀ ਜੇ ਬਾਂਹ ਫੜਨ ਵਾਲਾ ਹੈ ਨਾ, ਬਾਬੇ ਨਾਨਕ ਦਾ ਘਰ ਹੈ। ਗਰੀਬਾਂ ਦੀ ਬਾਂਹ ਫੜਨ ਵਾਲਾ ਬਾਬੇ ਨਾਨਕ ਦਾ ਘਰ ਹੈ। ਜਿਹੜੀ ਆਪਾਂ ਵਿਚਾਰ ਕਰਦੇ ਆ ਰਹੇ ਹਾਂ, ਸਤਿਗੁਰੂ ਮਹਾਰਾਜ ਨੇ ਗਿਆਨ ਦੀ ਦਾਤ ਦਿੱਤੀ, ਗਿਆਨ ਦਾ ਪ੍ਰਕਾਸ਼ ਕੀਤਾ। ਸ਼ੇਰਸ਼ਾਹ ਸੂਰੀ ਸੀ ਜਿਹੜਾ ਹਾਰ ਖਾ ਕੇ, ਸ਼ੇਰਸ਼ਾਹ ਸੂਰੀ ਸੀ ਜਿਹੜਾ ਹਾਰ ਖਾ ਕੇ ਜਦੋਂ ਹਿਮਾਜੂ, ਸ਼ੇਰਸ਼ਾਹ ਸੂਰੀ ਦੇ ਕੋਲ ਹਿਮਾਜੂ ਜਦੋਂ ਹਾਰ ਖਾ ਕੇ ਆਉਂਦਾ ਨਾ, ਉਦੋਂ ਵੀ ਉਹ ਗੁਰੂ ਅੰਗਦ ਸਾਹਿਬ ਦੇ ਦਰ ਤੇ ਆਉਂਦਾ। ਇੱਥੋਂ ਤੱਕ ਜੀ ਅੱਲਾ ਯਾਰ ਖਾਂ ਜੋਗੀ ਆ, ਜਿਹੜਾ ਅੱਲਾ ਯਾਰ ਖਾਂ ਜੋਗੀ ਜਿਹਨੇ ਸਿਫਤ ਵਿੱਚ ਬਹੁਤ ਕੁਝ ਲਿਖਿਆ ਹੈ, ਇਹ ਮੁਸਲਮਾਨ ਘਰਾੜੇ ਵਿੱਚ ਪੈਦਾ ਹੋਇਆ, ਪਰ ਸਤਿਗੁਰੂ ਮਹਾਰਾਜ ਦੇ ਦਰ ਦਾ ਪ੍ਰਚਾਰਕ ਬਣ ਗਿਆ। ਇੱਕ ਮੁਸਲਮਾਨ ਪਰਿਵਾਰ ਵਿੱਚ ਪੈਦਾ ਹੋ ਕੇ ਆਪਣਾ ਸਭ ਕੁਝ ਇਹਨੂੰ ਤਿਆਗਣਾ ਪਿਆ। ਇਸੇ ਤਰ੍ਹਾਂ ਜਦੋਂ ਅਸੀਂ ਅੱਗੇ ਗੱਲ ਪੜ੍ਹਾਂਗੇ, ਇਸ ਘਰ ਵਿੱਚ ਅਕਬਰ ਨੇ ਆ ਕੇ ਪੰਗਤ ਵਿੱਚ ਬਹਿ ਕੇ ਲੰਗਰ ਛਕਿਆ। ਕਿੰਨਾ ਲੰਮਾ ਸਮਾਂ ਪਹਿਲਾਂ ਅਕਬਰ ਦਾ ਇੱਕ ਦਰਬਾਰੀ ਸੀ ਜੀ, ਸ਼ੇਖ ਅਬੂ ਫਲਜ਼। ਸ਼ੇਖ ਅਬੂ ਜਿਹੜਾ ਫਲਜ਼ ਸੀ, ਜਿਹੜਾ ਅਕਬਰ ਦਾ ਦਰਬਾਰੀ ਸੀ, ਉਹ ਆਪਣੇ ਬਿਆਨ ਦੇ ਵਿੱਚ ਜਹਾਂਗੀਰ ਦੇ ਬਿਲਕੁਲ ਉਲਟ ਲਿਖਦਾ ਹੈ। ਅਕਬਰਨਾਮੇ ਵਿੱਚ ਉਹਨੇ ਲਿਖਿਆ, ਗੁਰੂ ਨਾਨਕ ਦੇ ਘਰ ਦੀ ਮਹਿਮਾ ਬਾਰੇ ਜਦੋਂ ਲਿਖਿਆ ਨਾ, ਪਿਓ ਦਾਦੇ ਤੋਂ ਗੁਰੂ ਅਰਜਨ ਸੰਤਾਂ ਭਗਤਾਂ ਦੇ ਆਗੂ ਚਲੇ ਆਉਂਦੇ ਨੇ। ਗੁਰੂ ਅਰਜਨ ਝੂਠ ਦੀ ਦੁਕਾਨ ਨਹੀਂ ਖੋਲ੍ਹ ਕੇ ਬੈਠੇ। ਅਕਬਰ ਦਾ ਦਰਬਾਰੀ ਇਹ ਗੱਲ ਕਹਿੰਦਾ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਸੱਚ ਦਾ ਪ੍ਰਚਾਰ ਕਰਦੇ ਨੇ। ਉਹ ਭਾਈ ਜਹਾਂਗੀਰ, ਤੈਨੂੰ ਭੁਲੇਖਾ ਪੈ ਗਿਆ। ਅਕਬਰ ਤੇ ਜਹਾਂਗੀਰ ਦਾ ਸਮਕਾਲੀ ਜਿਹੜਾ ਸਾਈਂ ਮੀਆਂ ਮੀਰ ਸੀ ਜੀ, ਚੇਤੇ ਆ ਗਿਆ ਹੋਣਾ। ਸਾਈਂ ਮੀਆਂ ਮੀਰ ਕੌਣ ਹੈ? ਗੁਰੂ ਅਰਜਨ ਸਾਹਿਬ ਦਾ ਇੱਕ ਉਪਾਸ਼ਕ, ਸ਼ਰਧਾਲੂ, ਗੁਰੂ ਅਰਜਨ ਸਾਹਿਬ ਨੂੰ ਪਿਆਰ ਕਰਨ ਵਾਲਾ ਸਾਈਂ ਮੀਆਂ ਮੀਰ ਇੱਕ ਮੁਸਲਮਾਨ ਘਰਾਣੇ ਵਿੱਚ ਪੈਦਾ ਹੋਇਆ। ਪਿਆਰ ਮੁਹੱਬਤ ਦੀ ਗੱਲ ਕਰੋਗੇ, ਜਦੋਂ ਦਰਬਾਰ ਸਾਹਿਬ ਦੀ ਨੀਂਹ ਰੱਖੀ ਗਈ ਸੀ ਜੀ, ਤੁਸੀਂ ਸਾਰਿਆਂ ਨੇ ਸੁਣਿਆ ਹੋਣਾ, ਪੜ੍ਹਿਆ ਹੋਣਾ, ਦਰਬਾਰ ਸਾਹਿਬ ਦੀ ਨੀਂਹ ਰੱਖੀ ਗਈ ਸੀ ਨਾ, ਪਹਿਲੀ ਵਾਰ ਗੁਰੂ ਅਰਜਨ ਸਾਹਿਬ ਨੇ ਸਾਈਂ ਮੀਆਂ ਮੀਰ ਤੋਂ ਰਖਾਈ ਸੀ। ਕੌਣ ਸੀ ਉਹ? ਮੁਸਲਮਾਨ ਸੀ ਨਾ। ਇੱਕ ਭਾਈਚਾਰਕ ਦਾ ਪ੍ਰਤੀਕ ਹੈ, ਲੋਕਾਂ ਵਿੱਚ ਪਿਆਰ ਦਾ ਪ੍ਰਤੀਕ ਹੈ। ਹੁਣ ਇੱਕ ਪਾਸੇ ਉਹ ਨੇ ਜੋ ਕੱਟੜਤਾ ਫੈਲਾ ਰਹੇ ਨੇ, ਇੱਕ ਪਾਸੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਿਆਰ ਮੁਹੱਬਤ ਦੀਆਂ ਵਿਚਾਰਾਂ ਦੇ ਰਹੇ ਨੇ। ਅੱਗੇ ਤੁਸੀਂ ਅੱਗੇ ਵਿਚਾਰੋਗੇ, ਪੜ੍ਹੋਗੇ, ਸਤਿਗੁਰੂ ਮਹਾਰਾਜ ਨੇ ਇੱਕ ਜਲੰਧਰ ਦਾ ਇੱਕ ਗਵਰਨਰ ਸੀ ਜੀ, ਸੈਯਦ ਅਜ਼ੀਮ ਖਾਨ, ਜਲੰਧਰ ਦਾ ਰਹਿਣ ਵਾਲਾ ਸੀ। ਇਹ ਸਿੱਖੀ ਦੇ ਅਸੂਲਾਂ ਤੋਂ ਇੰਨਾ ਪ੍ਰਭਾਵਿਤ ਹੋ ਗਿਆ, ਇਹ ਮੁਸਲਮਾਨ ਘਰਾਣੇ ਵਿੱਚ ਪੈਦਾ ਹੋਇਆ। ਇਹਨੇ ਆਪਣਾ ਧਰਮ ਤਿਆਗ ਦਿੱਤਾ, ਗੁਰੂ ਦਾ ਮੁਰੀਦ ਬਣ ਗਿਆ। ਮਹਾਰਾਜ ਮੈਨੂੰ ਸਿੱਖੀ ਦੀ ਦਾਤ ਦੇ ਦਿਓ। ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਵੀ ਤੁਸੀਂ ਜਾ ਸਕਦੇ ਹੋ ਜੀ। ਜਲੰਧਰ ਦੇ ਵਿੱਚ ਜਿਹੜਾ ਕਰਤਾਰਪੁਰ ਨਗਰ ਹੈ, ਇਸ ਇਲਾਕੇ ਵਿੱਚ ਸਿੱਖੀ ਦਾ ਮਹਾਨ ਕੇਂਦਰ ਸਥਾਪਿਤ ਕੀਤਾ। ਇਸ ਇਲਾਕੇ ਵਿੱਚ ਇਹ ਪ੍ਰਚਾਰਕ ਬਣਿਆ, ਸਿੱਖ ਧਰਮ ਦਾ ਇੱਕ ਮੁਸਲਮਾਨ ਪ੍ਰਚਾਰਕ। ਜਹਾਂਗੀਰ ਦਾ ਦਰਬਾਰੀ ਇੱਕ ਵਜ਼ੀਰ ਸੀ। ਦੇਖੋ ਜਹਾਂਗੀਰ ਕਿੰਨਾ ਜ਼ੁਲਮੀ ਤੇ ਕੱਟੜ ਬੰਦਾ ਹੈ।
ਜਹਾਂਗੀਰ ਦਾ ਇੱਕ ਵਜ਼ੀਰ ਸੀ ਜੀ, ਵਜ਼ੀਰ ਖਾਂ, ਉਹ ਵੀ ਗੁਰੂ ਸਾਹਿਬ ਦਾ ਸ਼ਰਧਾਲੂ ਬਣਦਾ ਹੈ, ਗੁਰੂ ਸਾਹਿਬ ਦਾ ਉਪਾਸ਼ਕ ਬਣਦਾ ਹੈ। ਇਹਨਾਂ ਸਭ ਨੂੰ ਗੁਰੂ ਘਰ ਵਿੱਚੋਂ ਪਿਆਰ ਦੀ ਮਹਿਕ ਆਉਂਦੀ ਹੈ, ਗੁਰੂ ਦੇ ਅਸੂਲਾਂ ਵਿੱਚੋਂ, ਗੁਰੂ ਦੀ ਸਿੱਖੀ ਦੇ ਵਿੱਚੋਂ, ਗੁਰੂ ਦੇ ਮਹਾਨ ਕਾਰਜਾਂ ਦੇ ਵਿੱਚੋਂ, ਲੋਕ ਭਲਾਈ ਦੇ ਕੰਮਾਂ ਦੇ ਵਿੱਚੋਂ ਇੱਕ ਪਿਆਰ ਦੀ ਮਹਿਕ ਆਉਂਦੀ ਹੈ। ਇੱਕ ਪਾਸੇ ਜਹਾਂਗੀਰ ਹੈ ਨਾ ਜਿਹੜਾ ਬੰਦਾ, ਇਹ ਪੂਰਾ ਪਾਗਲ ਬੰਦਾ ਹੈ, ਭਾਵੇਂ ਬਾਦਸ਼ਾਹ ਬਣ ਗਿਆ ਪਰ ਪਾਗਲ ਹੈ। ਇਹਨੂੰ ਰਾਜਸੀ ਤਾਕਤ ਦਾ ਹੰਕਾਰ ਹੋ ਗਿਆ, ਰਾਜਸੀ ਤਾਕਤ ਵਿੱਚ ਇੰਨਾ ਅੰਨਾ ਹੋ ਗਿਆ, ਇਹ ਇੰਨਾ ਅੰਨਾ ਹੋ ਗਿਆ ਤੁਝ ਕੇ ਜਹਾਂਗੀਰੀ ਵਿੱਚ ਗੁਰੂ ਅਰਜਨ ਸਾਹਿਬ ਦੇ ਘਰ ਨੂੰ ਕਹਿੰਦਾ, ਗੁਰੂ ਅਰਜਨ ਸਾਹਿਬ ਝੂਠ ਦੀ ਦੁਕਾਨ ਖੋਲ੍ਹ ਕੇ ਬੈਠਾ। ਉਹ ਭਲਿਆ ਲੋਕਾ, ਗੁਰੂ ਅਰਜਨ ਨੇ ਝੂਠ ਦੀ ਦੁਕਾਨ ਨਹੀਂ ਖੋਲ੍ਹੀ। ਗੁਰੂ ਅਰਜਨ ਤਾਂ ਸੱਚ ਦਾ ਉਪਦੇਸ਼, ਸੱਚ ਦੀ ਵਿਚਾਰ ਲੋਕਾਂ ਨੂੰ ਦੇ ਰਹੇ ਨੇ, ਝੂਠ ਦੀ ਦੁਕਾਨ ਤਾਂ ਤੂੰ ਖੋਲ੍ਹ ਕੇ ਬੈਠਾ। ਸਤਿਗੁਰੂ ਮਹਾਰਾਜ ਬਹੁਤ ਕੁਛ ਆਪਣੇ ਪਿੰਡੇ ਤੇ ਸਹਿਜ ਨਾਲ ਹੰਢਾਇਆ। ਅੱਗੇ ਜਿਹੜੀ ਆਪਾਂ ਕੱਲ੍ਹ ਨੂੰ ਵਿਚਾਰ ਕਰਨੀ ਹੈ ਜੀ, ਸ਼ਹੀਦੀ ਬਾਰੇ। ਸ਼ਹੀਦੀ ਦੇ ਕਾਰਨ ਕੀ ਬਣੇ, ਕਿਵੇਂ ਮਹਾਰਾਜ ਤੱਤੀ ਤਵੀ ਤੇ ਬਹਿੰਦੇ ਨੇ, ਕਿਵੇਂ ਬਿਠਾਇਆ ਗਿਆ, ਕਿਵੇਂ ਜ਼ੁਲਮ, ਕਿਵੇਂ ਦੋਸ਼ ਲਾ ਕੇ। ਸ਼ਾਂਤੀ ਦੇ ਪੁੰਜ, ਨਿਮਰਤਾ ਦੇ ਪੁੰਜ, ਪੰਜਵੀਂ ਪਾਤਸ਼ਾਹੀ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ। ਇਹ ਆਪਾਂ ਸਾਰੀ ਵਿਚਾਰ ਕੱਲ੍ਹ ਨੂੰ ਵਿਚਾਰਾਂਗੇ ਜੀ, ਸੰਖੇਪ ਅੰਦਰ ਆਪਾਂ, ਕਿਉਂਕਿ ਸਮਾਂ ਸੀਮਤ ਹੁੰਦਾ। ਸੋ ਇੰਨੀ ਬੇਨਤੀ ਪ੍ਰਵਾਨ ਕਰਿਓ ਜੀ। ਗੁਰੂ ਕਿਰਪਾ ਕਰੇ, ਆਓ ਗੁਰਮੁਖ ਅੰਤ ਵਿੱਚ ਫਤਿਹ ਨਾਲ ਪਾਈਏ ਸਾਂਝ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।